The uterus is single and it is also called as womb। ਜਿਹੜਾ uterus ਹੁੰਦਾ ਸਿੰਗਲ ਹੁੰਦਾ, ਜਿਹੜੀ ovaries ਹੁੰਦੀਆਂ ਨੇ, ਜਿਹੜੀ oviduct ਹੁੰਦੀਆਂ ਉਹ ਸਾਰੇ ਆਪਾਂ ਨੇ ਪੜ੍ਹਿਆ ਪੇਅਰਡ ਹੁੰਦੇ ਆ, ਠੀਕ ਹੈ। ਪਰ ਜਿਹੜੇ uterus ਆ ਉਹ ਸਿਰਫ ਸਿੰਗਲ ਹੁੰਦਾ ਗਾ, ਤੇ ਉਹਨੂੰ ਆਪਾਂ womb ਵੀ ਕਹਿੰਦੇ ਆਗੇ। The shape of the uterus is like an inverted pear। ਜਿਹੜਾ uterus ਹੁੰਦਾ ਉਹ inverted pear ਦੀ inverted pear ਦੇ ਵਰਗਾ ਲੱਗਦਾ ਦੇਖਣ ਨੂੰ, ਠੀਕ ਹੈ। ਕੁਛ ਇੱਦਾਂ ਦਾ ਪੀਅਰ ਇੱਦਾਂ ਦਾ ਹੀ ਹੁੰਦਾ, ਠੀਕ ਹੈ। ਇਹਨੂੰ ਇੱਦਾਂ ਦਾ ਕਰ ਦਿਓ, ਕੁਛ ਪੀਅਰ ਬਣ ਜਾਊਗਾ, ਉਹਨੂੰ ਉਲਟਾ ਕਰ ਦਿਓ uterus, ਠੀਕ ਹੈ। It is supported by ligaments attached to the pelvic wall, ਠੀਕ ਆ। ਜਿਹੜਾ uterus ਆ, ਠੀਕ ਹੈ, ਉਹ ਕੀ ਆ, ਲਿਗਾਮੈਂਟਸ ਦੇ ਨਾਲ ਸਪੋਰਟਡ ਹੁੰਦਾ, ਤੇ ਜਿਹੜੇ ਲਿਗਾਮੈਂਟਸ ਨੇ ਉਹ ਕਿਹਦੇ ਨਾਲ uterus, ਇੱਕ ਪਾਸੇ ਤਾਂ uterus ਨਾਲ ਅਟੈਚ ਹੋਣਗੇ, ਦੂਜੇ ਪਾਸੇ pelvic wall ਦੇ ਨਾਲ ਅਟੈਚ ਹੋਣਗੇ, ਠੀਕ ਆ। The uterus opens into vagina through a narrow cervix। Okay, one more thing very important, ਪਿੱਛੇ ਆਪਾਂ ਨੇ ਪੜ੍ਹਿਆ ਜਿਹੜੀ ਓਵਰੀ ਆ, ਉਹ ਵੀ ਕੀ ਆ, uterus ਦੇ ਨਾਲ ਤੇ pelvic wall ਦੇ ਨਾਲ ਅਟੈਚ ਹੁੰਦੀ ਵਿਦ ਹੈਲਪ ਆਫ ਦ ਲਿਗਾਮੈਂਟਸ, ਰਾਈਟ। ਤੇ ਹੁਣ ਆਪਾਂ ਨੇ ਪੜ੍ਹਿਆ ਕਿ ਜਿਹੜਾ uterus ਆ ਉਹ ਕੀ ਆ, pelvic wall ਦੇ ਨਾਲ ਅਟੈਚ ਹੁੰਦਾ ਵਿਦ ਹੈਲਪ ਆਫ ਦ ਲਿਗਾਮੈਂਟਸ। ਪਰ ਆਪਾਂ ਨੇ ਇਹ ਵੀ ਪੜ੍ਹਿਆ ਹੋਇਆ ਕਿ ਲਿਗਾਮੈਂਟ ਕਿਹਨੂੰ ਅਟੈਚ ਕਰਦਾ, ਲਿਗਾਮੈਂਟ ਅਟੈਚਿਸ ਬੋਨ ਟੂ ਬੋਨ, ਰਾਈਟ। ਇਹ ਆਪਾਂ ਨੇ ਪੜ੍ਹਿਆ ਹੋਇਆ। ਤੇ ਹੁਣ ਤੁਸੀਂ ਕਹੋਗੇ ਨਾ ਤਾਂ ਓਵਰੀ ਬੋਨ ਆ, ਨਾ ਪੈਲਵਿਕ ਬੋਲ ਬੋਨ ਆ, ਨਾ ਯੂਟੇਰਸ ਬੋਨ ਆ, ਠੀਕ ਹੈ। ਤਾਂ ਕਿੱਧਰੋਂ ਬੋਨ ਤੋਂ ਬੋਨ ਅਟੈਚਮੈਂਟ ਹੁੰਦੀ ਪਈ ਆ, ਠੀਕ ਆ। ਸੋ ਉਹ ਲਿਗਾਮੈਂਟ ਅਲੱਗ ਹੁੰਦਾ ਤੇ ਇਹ ਲਿਗਾਮੈਂਟ ਅਲੱਗ ਆ, ਠੀਕ ਆ। ਡਿਫਰੈਂਟ ਟਾਈਪਸ ਆਫ ਲਿਗਾਮੈਂਟਸ ਤੁਹਾਨੂੰ ਨਹੀਂ ਹੈਗੇ, ਬਟ ਬਸ ਇਹ ਯਾਦ ਰੱਖ ਲਓ ਕਿ ਅਲੱਗ ਆ ਤੇ ਉਹਦਾ ਲਿਗਾਮੈਂਟ ਨਹੀਂ ਹੈਗਾ, ਤਾਂ ਕਨਫਿਊਜ਼ ਹੋਣ ਦੀ ਇੱਥੇ ਕੋਈ ਲੋੜ ਨਹੀਂ ਹੈਗੀ, ਠੀਕ ਆ। ਫਿਰ ਯੂਟੇਰਸ ਜਿਹੜਾ ਹੈਗਾ ਉਹ ਕੀ ਆ, ਇੱਕ ਸਰਵਿਕਸ ਦੇ ਥਰੂ, ਨੈਰੋ ਸਰਵਿਕਸ ਦੇ ਥਰੂ, ਕਾਫੀ ਪਤਲੇ ਸਰਵਿਕਸ ਦੇ ਥਰੂ ਕੀ ਹੈ, ਵਜਾਈਨਾ ਦੇ ਵਿੱਚ ਓਪਨ ਹੁੰਦਾ। ਵਜਾਈਨਾ ਕੀ ਹੁੰਦਾ, ਕਾਫੀ ਚੌੜਾ ਹੁੰਦਾ, ਬਟ the uterus is very very narrow as compared to the vagina, ਠੀਕ ਹੈ। The cavity of the cervix is called as the cervical canal। ਜਿਹੜੀ cervix ਦੀ cavity ਹੁੰਦੀ ਆ, ਠੀਕ ਆ, cervix ਦੇ ਅੰਦਰ ਜਿਹੜੀ ਜਗ੍ਹਾ ਹੁੰਦੀ ਆ ਉਸ ਨੂੰ ਆਪਾਂ ਕੀ ਕਹਿੰਦੇ ਹੈਗੇ, cervical canal ਕਹਿੰਦੇ ਹੈਗੇ, ਠੀਕ ਹੈ। which alongside with the vagina forms the birth canal, ठीक है। cervical canal plus vagina, एक ही बन जाएगा अपने को birth canal, okay। The wall of the uterus has 3 layers of tissue। ਜਿਹੜੀ uterus ਦੀ wall ਹੁੰਦੀ ਉਹਦੇ ਕੋਲ 3 layers ਹੁੰਦੀਆਂ ਨੇ ਟਿਸ਼ੂ ਦੀਆਂ। ਸਭ ਤੋਂ ਪਹਿਲਾਂ ਐਕਸਟਰਨਲ ਥਿਨ ਮੈਂਬਰੇਨਸ ਲੇਅਰ ਹੁੰਦੀ ਹੈ, ਠੀਕ ਹੈ। ਸਭ ਤੋਂ ਬਾਹਰ ਵਾਲੀ ਕਾਫੀ ਥਿਨ ਤੇ ਮੈਂਬਰੇਨਸ ਲੇਅਰ ਹੁੰਦੀ ਹੈ, ਉਹਨੂੰ ਆਪਾਂ ਪੈਰੀਮੀਟਰੀਅਮ ਕਹਿੰਦੇ ਹਾਂ। ਉਹਦੇ ਬਾਅਦ ਵਿਚਾਲੇ ਵਾਲੀ ਤੇ ਕਾਫੀ ਮੋਟੀ ਲੇਅਰ ਹੁੰਦੀ ਹੈ, ਸਮੂਥ ਮਸਲਸ ਦੀ ਬਣੀ ਹੁੰਦੀ ਹੈ, ਉਹਨੂੰ ਆਪਾਂ ਮੀਓਮੀਟਰੀਅਮ ਕਹਿੰਦੇ ਹਾਂ। ਤੇ ਜਿਹੜੀ ਸਭ ਤੋਂ ਅੰਦਰਲੀ ਲੇਅਰ ਹੁੰਦੀ ਆ, ਜਿਹੜੀ ਕਿ ਸਾਈਕਲਿਕਲ ਚੇਂਜਸ ਅੰਡਰਗੋ ਕਰਦੀ ਹੈ ਤੇ ਗਲੈਂਡੂਲਰ ਹੁੰਦੀ ਹੈ, ਉਹਨੂੰ ਆਪਾਂ ਕੀ ਕਹਿੰਦੇ ਹਾਂ ਕਿ ਐਂਡੋਮੀਟਰੀਅਮ ਕਹਿੰਦੇ ਹਾਂ, ਠੀਕ ਆ, ਜੋ ਕਿ ਯੂਟਰਨ ਕੈਵਿਟੀ ਨੂੰ ਲਾਈਨ ਕਰਦੀ ਹੈਗੀ। ਐਂਡੋਮੀਟਰੀਅਮ ਅੰਡਰਗੋ ਸਾਈਕਲਿਕਲ ਚੇਂਜਸ ਡਿਊਰਿੰਗ ਦ ਮੈਂਸਟਰੁਅਲ ਸਾਈਕਲ। ਮੈਂਸਟਰੁਅਲ ਸਾਈਕਲ ਦੇ ਦੌਰਾਨ ਜਿਹੜੀ ਐਂਡੋਮੀਟਰੀਅਮ ਆ ਉਹ ਕੀ ਆ, ਸਾਈਕਲਿਕਲ ਚੇਂਜਸ ਅੰਡਰਗੋ ਕਰਦੀ ਆ। ਕਦੇ ਫਾਰਮ ਹੁੰਦੀ ਆ, ਕਦੇ ਪ੍ਰੋਲੀਫਰੇਟ ਹੁੰਦੀ ਆ, ਤੇ ਕਦੇ ਸ਼ੈਡ ਹੋ ਜਾਂਦੀ ਆ, ਰਾਈਟ। while the myometrium exhibits a strong contraction during the delivery of the baby, ਠੀਕ ਆ। ਤੇ ਜਿਹੜਾ myometrium ਆ ਉਹ ਕੀ ਆ, strong contractions ਕਰਦਾ ਬੇਬੀ ਦੀ ਡਿਲੀਵਰੀ ਵੇਲੇ। The female external genitalia include mons pubis, labia majora, labia minora, hymen, clitoris, ਠੀਕ ਆ। ਜਿਹੜਾ ਫੀਮੇਲ ਦਾ ਐਕਸਟਰਨਲ ਜੈਨੇਟੀਲੀਆ ਹੈਗਾ ਉਹਦੇ ਵਿੱਚ ਕੌਣ ਕੌਣ ਹੁੰਦਾ ਹੈਗਾ, ਮੌਨਸ ਪਿਊਬਿਸ। ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਐਕਸਟਰਨਲ ਜੈਨੇਟੀਲੀਆ ਬਣਾ ਕੇ ਦਿਖਾਇਆ ਸੀ। ਪਿਛਲੀ ਵੀਡੀਓ ਦੇ ਵਿੱਚ ਮੇਰੀ ਐਫੀਸ਼ੀਐਂਸੀ ਇੰਨੀ ਜ਼ਿਆਦਾ ਨਹੀਂ ਸੀ ਬਿਕੋਜ਼ ਮੈਨੂੰ ਕੋਲਡ ਹੋਇਆ, ਵੈਸੇ ਹੁਣ ਵੀ ਆ ਥੋੜ੍ਹਾ। ਮੈਂ ਕਾਫੀ ਸਲੋ ਬੋਲ ਰਹੀ ਸੀ ਐਂਡ ਤਾਂ ਕਰਕੇ ਮੈਂ ਕਿਹਾ ਉਹਨੂੰ ਉੱਥੇ ਬੰਦ ਕਰ ਦਿਆ, ਦੁਬਾਰਾ ਤੋਂ ਥੋੜ੍ਹੇ ਟਾਈਮ ਬਾਅਦ ਥੋੜ੍ਹਾ ਬ੍ਰੇਕ ਲੈ ਕੇ ਫਿਰ ਸ਼ੁਰੂ ਕਰਦੇ ਹਾਂ। ਸੋ ਨਾਓ ਆਈ ਐਮ ਹੇਅਰ ਵਿਦ ਅ ਗ੍ਰੇਟ ਐਨਰਜੀ, ਠੀਕ ਹੈ। ਸੋ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਮੋਨਸ ਪੀਬੀਸ ਹੁੰਦਾ ਉਹ ਅੱਗੇ ਜਾ ਕੇ ਨੀਚੇ ਐਕਸਟੈਂਡ ਕਰਦਾ ਹੈਗਾ ਟੂ ਦਾ ਲੇਬੀਆ ਮੈਜੋਰਾ। ਲੇਬੀਆ ਮੈਜੋਰਾ ਦੇ ਅੰਦਰ ਲਿਪ ਲਾਈਕ ਸਟਰਕਚਰਸ ਪ੍ਰੈਜ਼ੈਂਟ ਹੁੰਦੇ ਜਿਹਨੂੰ ਕੱਲ ਲੇਬੀਆ ਮੈਜੋਰਾ ਕਹਿੰਦੇ ਆ। ਤੇ ਉਹਦੇ ਵਿੱਚ ਉੱਪਰ ਹੁੰਦੀ ਹੈ ਰੇਥਰਲ ਓਪਨਿੰਗ, ਥੱਲੇ ਹੁੰਦੀ ਹੈ ਵਜਾਈਨਲ ਓਪਨਿੰਗ, ਤੇ ਸਭ ਤੋਂ ਨੀਚੇ ਆਪਾਂ ਦੇਖਣ ਨੂੰ ਮਿਲਦੀ ਹੈਗੀ ਐਨਲ ਓਪਨਿੰਗ, ਰਾਈਟ। ਤੇ ਜਿਹੜਾ ਵਜਾਈਨਲ ਓਪਨਿੰਗ ਹੈ ਉਹ ਕੀ ਆ, ਪਾਰਸ਼ਲੀ ਕਵਰਡ ਹੁੰਦਾ ਵਿਦ ਦ ਹੈਲਪ ਆਫ ਦ ਹਾਈਮਨ, ਠੀਕ ਆ। ਜਿਹੜਾ ਤੇ ਜਿਹੜੇ ਆਪਾਂ ਨੂੰ ਪਿਊਬਿਕ ਹੇਅਰ ਦੇਖਣ ਨੂੰ ਮਿਲਦੇ ਨੇ ਉਹ ਵੀ ਮੋਨਸ ਪਿਊਬਿਸ ਦੇ ਉੱਪਰ ਹੀ ਦੇਖਣ ਨੂੰ ਮਿਲਦੇ ਨੇ, ਠੀਕ ਹੈ। ਜਿਹੜਾ ਫੀਮੇਲ ਐਕਸਟਰਨਲ ਜੈਨੇਟੀਲੀਆ ਉਹਦੇ ਵਿੱਚ ਕੌਣ ਕੌਣ ਹੁੰਦਾ, ਮੋਨਸ ਪਿਊਬਿਸ, ਲੇਬੀਆ ਮੈਜੋਰਾ, ਲੇਬੀਆ ਮਾਈਨੋਰਾ, ਹਾਈਮਨ ਤੇ ਕਲਾਈਟੋਰਿਸ, ਠੀਕ ਹੈ। ਕਲਾਈਟੋਰਿਸ ਉਹ ਸਟਰਕਚਰ ਹੈ ਜਿਹੜਾ ਕਿ ਇਰੈਕਟ ਹੁੰਦਾ ਡਿਊਰਿੰਗ ਦ ਸੈਕਸ਼ੂਅਲ ਅਰਾਊਜ਼ਲ ਤੇ ਸੈਕਸ਼ੂਅਲ ਪਲੇਜ਼ਰ ਦੀ ਇਹ ਫੀਲਿੰਗ ਦਿੰਦਾ ਹੈਗਾ ਐਂਡ ਮੀਨਸ ਇਟ ਇਜ਼ ਹੋਮੋਲੋਗਸ ਟੂ ਦ ਪੈਨਿਸ, ਠੀਕ ਹੈ। ਜੋ ਕੁਝ ਪੈਨਿਸ ਦੇ ਵਿੱਚ ਫੀਲਿੰਗਸ ਹੁੰਦੀਆਂ ਨੇ ਦਾ ਮੀਨਸ ਇਟ ਸੇਮ ਫੀਲਸ ਇਨ ਦ ਕਲਾਈਟੋਰਿਸ, ਠੀਕ ਹੈ। ਜੇ ਤੁਸੀਂ ਨੇ
ਕਿਸੇ ਮੇਲ ਨੂੰ ਸੈਕਸ਼ੁਅਲੀ ਅਰਾਊਜ਼ ਕਰਨਾ ਹੁੰਦਾ ਦੈਨ ਯੂ ਰਬ ਹਿਸ ਪੈਨਿਸ ਰਾਈਟ ਐਂਡ ਬਟ ਇਫ ਯੂ ਹੈਵ ਟੂ ਸੈਕਸ਼ੁਅਲੀ ਅਰਾਊਜ਼ ਅ ਫੀਮੇਲ ਦੈਨ ਯੂ ਹੈਵ ਟੂ ਰਬ ਹਰ ਕਲੈਟੋਰਿਸ ਠੀਕ ਆ। ਮੋਨਸ ਪਿਊਬਿਸ ਜਿਹੜਾ ਹੁੰਦਾ ਹੈਗਾ ਉਹ ਕੀ ਆ ਕੁਸ਼ਨ ਹੁੰਦਾ ਹੈਗਾ ਫੈਟੀ ਟਿਸ਼ੂ ਦਾ ਜੋ ਕਿ ਸਕਿਨ ਦੇ ਨਾਲ ਕਵਰ ਹੁੰਦਾ ਤੇ ਪਿਊਬਿਕ ਹੇਅਰ ਦੇ ਨਾਲ ਕਵਰ ਹੁੰਦਾ ਠੀਕ ਆ। ਜਿਹੜੇ ਲੇਬੀਆ ਮੈਨੋਰਾ ਨੇ ਉਹ ਮਾਈਨੋਰਾ ਸੌਰੀ ਲੇਬੀਆ ਮੈਜੋਰਾ ਠੀਕ ਆ। ਮੋਨਸ ਪੀਬਿਸ ਆ ਉਹ ਕੀ ਆ ਫੈਟੀ ਟਿਸ਼ੂ ਦਾ ਕੁਸ਼ਨ ਹੁੰਦਾ ਮਤਲਬ ਤੁਸੀਂ ਜੇ ਬਾਹਰੋਂ ਦੇਖੋਗੇ ਤਾਂ ਤੁਹਾਨੂੰ ਮੋਨਸ ਪੀਬਿਸ ਨਹੀਂ ਦਿਖੂਗਾ ਬਿਕੋਜ਼ ਇਟ ਇਜ਼ ਕਵਰਡ ਬਾਈ ਦ ਸਕਿਨ ਰਾਈਟ ਤੇ ਸਕਿਨ ਦੇ ਉੱਪਰ ਵੀ ਪਿਊਬਿਕ ਹੇਅਰ ਪ੍ਰੈਜ਼ੈਂਟ ਨਹੀਂ ਠੀਕ ਹੈ। ਸਕਿਨ ਦੇ ਪਿਊਬਿਕ ਹੇਅਰ ਦੇ ਨੀਚੇ ਸਕਿਨ ਦੇ ਨੀਚੇ ਇੱਕ ਫੈਟੀ ਟਿਸ਼ੂ ਦੀ ਲੇਅਰ ਹੁੰਦੀ ਆ ਕੁਸ਼ਨ ਲਾਈਕ ਲੇਅਰ ਹੁੰਦੀ ਹੈ ਤੇ ਉਹਨੂੰ ਆਪਾਂ ਮੋਨਸ ਪਿਊਬਿਸ ਕਹਿੰਦੇ ਆ ਠੀਕ ਆ। ਤੇ ਫਿਰ ਉਹ ਤੋਂ ਐਕਸਟੈਂਡ ਕਰਦੇ ਨੇ ਫਲੈਸ਼ੀ ਫੋਲਡਸ ਠੀਕ ਹੈ ਤੇ ਫਲੈਸ਼ੀ ਫੋਲਡਸ ਐਕਸਟੈਂਡ ਕਰਦੇ ਆ ਜਿਹੜੇ ਕਿ ਉਹਦੇ ਫੈਟੀ ਟਿਸ਼ੂ ਦੇ ਬਣੇ ਹੁੰਦੇ ਆ ਠੀਕ ਆ। ਐਕਸਟੈਂਡ ਡਾਊਨ ਫਰੋਮ ਦ ਮੋਨਸ ਪਿਊਬਿਸ ਤੇ ਵੈਜਾਈਨਲ ਓਪਨਿੰਗ ਨੂੰ ਸਰਾਊਂਡ ਕਰਦੇ ਨੇ ਐਂਡ ਯੂਰੇਥਰਲ ਓਪਨਿੰਗ ਨੂੰ ਵੀ ਸਰਾਊਂਡ ਕਰਦੇ ਇੱਕ ਤਰ੍ਹਾਂ ਕਹਿ ਸਕਦੇ ਆ। ਉਹਨਾਂ ਨੂੰ ਆਪਾਂ ਕਹਿੰਦੇ ਆ ਲੇਬੀਆ ਮੈਜੋਰਾ ਠੀਕ ਆ। ਲੇਬੀਆ ਮੈਜੋਰਾ ਦੇ ਅੰਦਰ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਲਿਪ ਲਾਈਕ ਫੋਲਡਸ ਠੀਕ ਆ। ਲੇਬੀਆ ਮੈਨੋਰਾ ਕਹਿੰਦੇ ਜਿਹਨੂੰ ਠੀਕ ਹੈ। ਲੇਬੀਆ ਮੈਨੋਰਾ ਕੀ ਹੁੰਦੇ ਨੇ ਪੇਅਰਡ ਫੋਲਡਸ ਹੁੰਦੇ ਨੇ ਆਫ ਟਿਸ਼ੂ ਅੰਡਰ ਦ ਲੇਬੀਆ ਮੈਜੋਰਾ ਠੀਕ ਹੈ। ਲੇਬੀਆ ਮੈਜੋਰਾ ਦੇ ਨੀਚੇ ਆਪਾਂ ਨੂੰ ਟਿਸ਼ੂ ਦੇ ਪੇਅਰਡ ਫੋਲਡਸ ਦੇਖਣ ਨੂੰ ਮਿਲਦੇ ਨੇ ਜਿਹਨੂੰ ਆਪਾਂ ਲੇਬੀਆ ਮਾਈਨੋਰਾ ਕਹਿੰਦੇ ਆ। ਤੇ ਲੇਬੀਆ ਮਾਈਨੋਰਾ ਜਿੱਥੇ ਉੱਪਰ ਜੁਆਇਨ ਹੁੰਦੇ ਨੇ ਠੀਕ ਹੈ ਉਹਨਾਂ ਜਿੱਥੋਂ ਜੁਆਇਨ ਹੁੰਦੇ ਲੇਬੀਆ ਮਾਈਨੋਰਾ ਜਿੱਥੇ ਜੁਆਇਨ ਹੁੰਦੇ ਨੇ ਉੱਥੇ ਕਲਾਈਟੋਰਿਸ ਪ੍ਰੈਜ਼ੈਂਟ ਹੁੰਦਾ ਹੈਗਾ ਠੀਕ ਹੈ। The opening of the vagina is often covered partially by a membrane called hymen ਜਿਹੜੀ ਵਜਾਈਨਾ ਦੀ ਓਪਨਿੰਗ ਹੁੰਦੀ ਆ ਉਹ ਕੀ ਆ ਪਾਰਸ਼ਲੀ ਇੱਕ ਮੈਂਬਰੇਨ ਦੇ ਨਾਲ ਕਵਰਡ ਹੁੰਦੀ ਆ ਜਿਹਨੂੰ ਕਿ ਆਪਾਂ ਕਹਿੰਦੇ ਆਂਗੇ ਹਾਈਮਨ। ਪਹਿਲਾਂ ਕੀ ਮੰਨਿਆ ਜਾਂਦਾ ਹੁੰਦਾ ਸੀਗਾ ਦੈਟ ਇਫ ਦ ਹਾਈਮਨ ਆਫ ਅ ਵਿਮਨ ਇਜ਼ ਟੌਰਨ ਦੈਨ ਸ਼ੀ ਇਜ਼ ਨਾਟ ਵਰਜਨ ਠੀਕ ਹੈ। ਇਹ ਕੀ ਆ ਇੱਕ ਵਰਜਨਿਟੀ ਦਾ ਇੰਡੀਕੇਟਰ ਮੰਨਿਆ ਜਾਂਦਾ ਸੀਗਾ ਠੀਕ ਹੈ ਕਿ ਅਗਰ ਹਾਈਮਨ ਪਰਸਿਸਟੈਂਟ ਆ ਠੀਕ ਹੈ ਤਾਂ ਉਹ ਕੀ ਆ ਵਿਮਨ ਵਰਜਨ ਆ ਅਗਰ ਨਹੀਂ ਹੈਗਾ ਤਾਂ ਵਿਮਨ ਵਰਜਨ ਹੈਗੀ ਬਟ ਇਟ ਇਜ਼ ਨਾਟ ਅ ਰਿਲਾਇਬਲ ਇੰਡੀਕੇਟਰ ਠੀਕ ਆ। ਮਤਲਬ ਹਾਈਮਨ ਜਿਹੜਾ ਕੁਝ ਹੋਰ ਕਾਰਨਾਂ ਕਰਕੇ ਵੀ ਟਰਨ ਹੋ ਸਕਦਾ ਐਂਡ ਈਵਨ ਆਫਟਰ ਸੈਕਸ਼ੂਅਲ ਇੰਟਰਕੋਰਸ ਵੀ ਜਿਹੜਾ ਹਾਈਮਨ ਹੈ ਕਈ ਵਿਮਨਸ ਦੇ ਵਿੱਚ ਉਹ ਪਰਸਿਸਟ ਕਰ ਸਕਦਾ ਤਾਂ ਕਰਕੇ ਇਹ ਰਿਲਾਇਬਲ ਇੰਡੀਕੇਟਰ ਨਹੀਂ ਹੈਗਾ ਵਰਜਨਿਟੀ ਦਾ ਠੀਕ ਆ। ਦ ਕਲਾਈਟੋਰਿਸ ਇਜ਼ ਅ ਟਾਈਨੀ ਫਿੰਗਰ ਲਾਈਕ ਸਟਰਕਚਰ ਜਿਹੜਾ ਕਲਾਈਟੋਰਿਸ ਉਹ ਟਾਈਨੀ ਫਿੰਗਰ ਲਾਈਕ ਸਟਰਕਚਰ ਹਾਲਾਂਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਦੇਖਿਆ ਸੀ ਇੱਥੇ ਵੀ ਦੇਖੋ ਇਟ ਇਜ਼ ਅ ਟਾਈਨੀ ਫਿੰਗਰ ਲਾਈਕ ਸਟਰਕਚਰ ਕੁਝ ਇੱਦਾਂ ਦਾ ਹੁੰਦਾ ਠੀਕ ਆ। ਦਿਸ ਇਜ਼ ਦ ਕਲਾਈਟੋਰਿਸ ਇਹਨੂੰ ਥੋੜਾ ਲੋਡ ਹੋ ਜਾਂਦਾ ਫਿਰ ਤੁਹਾਨੂੰ ਹੋਰ ਵੀ ਸਮਝ ਆ ਜਾਊਗਾ ਕਲੀਅਰ ਹੋ ਜਾਂਦਾ ਇਹਨੂੰ ਉਹ ਬਸ ਕਾਫੀ ਜ਼ਿਆਦਾ ਟਾਈਮ ਲੈਂਦਾ ਯਾਰ ਇਹ ਓਏ ਹਾਂ ਠੀਕ ਆ। ਇੱਦਾਂ ਦਾ ਸਟਰਕਚਰ ਹੁੰਦਾ ਦਿਸ ਇਜ਼ ਦ ਕਲਾਈਟੋਰਿਸ ਠੀਕ ਆ which is often rubbed to sexually arouse a female and it erects when the female is sexually aroused you can see ਕਿੱਥੇ ਸੀ ਆਪਾਂ ਇੱਥੇ ਸੀ ਹੁਣ ਜਿਹੜਾ ਕਲੈਟੋਰਿਸ ਲੋਗਿਨ ਦਾ ਟਾਈਨੀ ਫਿੰਗਰ ਲਾਈਕ ਸਟਰਕਚਰ ਹੁੰਦਾ ਹੈਗਾ ਜਿਹੜਾ ਕਿ ਅਪਰ ਜੰਕਸ਼ਨ ਦੇ ਉੱਪਰ ਦੋ ਲੇਬੀਆ ਮਾਈਨੋਰਾ ਦੀ ਅਪਰ ਜੰਕਸ਼ਨ ਦੇ ਉੱਪਰ ਪ੍ਰੈਜ਼ੈਂਟ ਹੁੰਦਾ ਹੈਗਾ ਠੀਕ ਹੈ ਯੂਰੇਥਰਲ ਓਪਨਿੰਗ ਦੇ ਉੱਪਰ ਠੀਕ ਹੈ। ਆਹ ਯੂਰੇਥਰਲ ਓਪਨਿੰਗ ਹੁੰਦੀ ਆ ਤੇ ਇੱਥੇ ਵਜਾਈਨਲ ਓਪਨਿੰਗ ਹੁੰਦੀ ਆ ਤੇ ਆ ਇੱਥੇ ਲੇਬੀਆ ਮਾਈਨੋਰਾ ਦਾ ਅਪਰ ਜੰਕਸ਼ਨ ਆ ਤੇ ਇੱਥੇ ਆਪਣਾ ਠੀਕ ਹੈ ਅਪਰ ਜੰਕਸ਼ਨ ਦੇ ਉੱਪਰ ਲੇਬੀਆ ਮਾਈਨੋਰਾ ਦੇ ਅਪਰ ਜੰਕਸ਼ਨ ਦੇ ਉੱਪਰ ਇੱਥੇ ਆਪਣਾ ਕਲਾਈਟੋਰਿਸ ਪ੍ਰੈਜ਼ੈਂਟ ਹੋਊਗਾ ਓਕੇ। ਦ ਹਾਈਮਨ ਇਜ਼ ਆਫਨ ਟੌਰਨ ਡਿਊਰਿੰਗ ਦ ਫਸਟ ਕੁਆਇਟਸ ਠੀਕ ਹੈ। ਆਫਨ ਮਤਲਬ ਕਈ ਵਾਰੀ ਹਾਲਾਂਕਿ ਫਸਟ ਕੁਆਇਟਸ ਜਾਂ ਫਸਟ ਇੰਟਰਕੋਰਸ ਦੇ ਦੌਰਾਨ ਜਿਹੜਾ ਹਾਈਮਨ ਹੈ ਉਹ ਟੌਰਨ ਹੁੰਦਾ ਫਟਦਾ ਹੈਗਾ ਐਂਡ ਜਿਹਦੇ ਵਿੱਚ ਬਲੱਡ ਕਮਸ ਆਊਟ ਠੀਕ ਹੈ। ਬਟ ਇਹ ਕੀ ਆ ਕਈ ਹੋਰ ਕਾਰਨਾਂ ਕਰਕੇ ਵੀ ਬਰੋਕ ਹੋ ਸਕਦਾ ਕੈਂਸਰ ਟੌਰਨ ਹੋ ਸਕਦਾ ਲਾਈਕ ਸਡਨ ਫੋਲ ਜਾਂ ਜੋਲ ਠੀਕ ਹੈ। ਸਡਨਲੀ ਦੋ ਲੈਗਸ ਅਪਾਰਟ ਹੋ ਗਈਆਂ ਵੀ ਬੰਦੀ ਅਪਾਰਟ ਮਤਲਬ ਅਚਾਨਕ ਹੀ ਉਹ ਨੀਚੇ ਗਿਰ ਗਈ ਇਸ ਤਰ੍ਹਾਂ ਠੀਕ ਹੈ ਕਿ ਉਹਦਾ ਹਾਈਮਨ ਟੌਰਨ ਹੋ ਜਾਏ ਐਂਡ ਇਨਸਰਸ਼ਨ ਆਫ ਦ ਵੈਜਾਈਨਲ ਟੈਂਪਨ ਠੀਕ ਹੈ ਟੈਂਪੋਨ ਮੈਂਸਟਰਲ ਕੱਪ ਵਰਗੇ ਚੀਜ਼ਾਂ ਕਰਕੇ ਵੀ ਠੀਕ ਹੈ ਉਹਨਾਂ ਨੂੰ ਇਨਸਰਟ ਕਰਨ ਕਰਕੇ ਵੀ ਕੀ ਆ ਉਹ ਫਟ ਸਕਦਾ। ਐਕਟਿਵ ਪਾਰਟੀਸਿਪੇਸ਼ਨ ਇਨ ਦ ਸਪੋਰਟਸ ਲਾਈਕ ਹੋਰਸ ਬੈਕ ਰਾਈਡਿੰਗ ਸਾਈਕਲਿੰਗ ਠੀਕ ਹੈ ਇੱਦਾਂ ਸਪੋਰਟਸ ਦੇ ਵਿੱਚ ਕਦੇ ਕਦੇ ਹੀ ਨਾਲ ਨਹੀਂ ਠੀਕ ਹੈ ਐਕਟਿਵ ਰੋਜ਼ ਠੀਕ ਹੈ ਇੱਦਾਂ ਦੀਆਂ ਸਪੋਰਟਸ ਦੇ ਵਿੱਚ ਕੀ ਕਰਨ ਪਾਰਟੀਸਿਪੇਟ ਕਰਨ ਕਰਕੇ ਵੀ ਜਿਹੜਾ ਹਾਈਮਨ ਆ ਉਹ ਟੌਰਨ ਹੋ ਸਕਦਾ। ਇਨ ਸਮ ਵੀਮਨ ਦ ਹਾਈਮਨ ਪਰਸਿਸਟ ਇਵਨ ਆਫਟਰ ਕੁਆਇਟਸ ਹਾਲਾਂਕਿ ਇਹ ਕੁਝ ਇੱਦਾਂ ਦੇ ਤਰੀਕਾ ਕਰਕੇ ਰਿਟਰਨ ਹੋ ਸਕਦਾ ਬਟ ਕੁਝ ਵਿਮਨ ਦੇ ਵਿੱਚ ਜਿਹੜਾ ਹਾਈਮਨ ਇੰਨਾ ਸਟਰੋਂਗ ਵੀ ਹੋ ਸਕਦਾ ਕਿ ਉਹ ਕੀ ਆ ਫਸਟ ਕੁਆਇਟਸ ਤੋਂ ਬਾਅਦ ਵੀ ਉਹ ਕੀ ਆ ਪਰਸਿਸਟ ਕਰੇ। ਇਨ ਫੈਕਟ ਦ ਪ੍ਰੈਜ਼ੈਂਸ ਔਰ ਐਬਸੈਂਸ ਆਫ ਅ ਹਾਈਮਨ ਇਜ਼ ਨਾਟ ਅ ਰਿਲਾਇਬਲ ਇੰਡੀਕੇਟਰ ਆਫ ਵਰਜਨਿਟੀ ਔਰ ਸੈਕਸ਼ੂਅਲ ਐਕਸਪੀਰੀਅੰਸ ਠੀਕ ਹੈ। ਦਾ ਕਰਕੇ ਹਾਈਮਨ ਹੋਣਾ ਜਾਂ ਨਾ ਹੋਣਾ ਕੋਈ ਰਿਲਾਇਬਲ ਇੰਡੀਕੇਟਰ ਨਹੀਂ ਹੈਗਾ ਵਰਜਨਿਟੀ ਦਾ ਔਰ ਯੂ ਕੈਨ ਸੀ ਸੈਕਸ਼ੂਅਲ ਅਪੀਅਰੈਂਸ ਦਾ ਸੋ ਐਕਸਪੀਰੀਅੰਸ ਦਾ ਸੌਰੀ ਐਂਡ ਹੇਅਰ ਵੀ ਹੈਵ ਦ ਫੋਟੋ ਆਫ ਅ ਮੈਮਰੀ ਗਲੈਂਡ ਠੀਕ ਹੈ ਬ੍ਰੈਸਟ ਆਫ ਅ ਫੀਮੇਲ ਠੀਕ ਹੈ।
ਲੈਟ ਇਟ ਲੋਡ। ਇਹ ਤਾਂ ਲੋਡ ਹੋ ਹੀ ਨਹੀਂ ਰਿਹਾ। ਚਲੋ ਉਦੋਂ ਪਹਿਲਾਂ ਮੈਂ ਤੁਹਾਨੂੰ ਸਮਝਾ ਦਿੰਦੀ, ਉਦੋਂ ਪਹਿਲਾਂ ਕਿ ਲੋਡ ਹੋਵੇ, ਠੀਕ ਹੈ। ਪਹਿਲਾਂ ਮੈਂ ਤੁਹਾਨੂੰ ਥੋੜ੍ਹਾ ਥੋੜ੍ਹਾ ਸਮਝਾ ਦਾਂ, ਐਨੇ ਲੋਡ ਵੀ ਹੋ ਜਾਊਗਾ, ਰਾਈਟ। ਇਹਦੇ ਵਿੱਚ ਕੀ ਹੁੰਦਾ ਹੈਗਾ ਕਿ ਆਪਾਂ ਪਹਿਲਾਂ ਮਿਲਕ ਪ੍ਰੋਡਕਸ਼ਨ ਦੀ ਗੱਲ ਕਰਦੇ ਹਾਂ, ਬਾਕੀ ਸਟਰਕਚਰ ਦੀ ਬਾਅਦ 'ਚ ਗੱਲ ਕਰਾਂਗੇ। ਸਭ ਤੋਂ ਪਹਿਲਾਂ ਮਿਲਕ ਜਿਹੜਾ ਹੈਗਾ ਉਹ ਕਿਹਦੇ ਵਿੱਚ ਪ੍ਰੈਜ਼ੈਂਟ ਹੁੰਦਾ, ਮੈਮਰੀ ਲੋਬਸ ਦੇ ਅੰਦਰ ਪ੍ਰੋਡਿਊਸ ਹੁੰਦਾ, ਠੀਕ ਆ। ਸਪੋਜ਼ ਦਿਸ ਇਜ਼ ਅ ਮੈਮਰੀ ਲੋਬ, ਠੀਕ ਆ। ਆਹ ਇੱਕ ਮੈਮਰੀ ਲੋਬ ਆ, ਠੀਕ ਆ। ਇੱਕ ਮੈਮਰੀ ਲੋਬ ਇੱਕ ਬ੍ਰੈਸਟ ਦੇ ਵਿੱਚ, ਠੀਕ ਹੈ, ਇੱਕ ਬ੍ਰੈਸਟ ਦੇ ਅੰਦਰ, ਠੀਕ ਹੈ। ਇਨ ਈਚ ਬ੍ਰੈਸਟ, ਠੀਕ ਆ, ਆਪਾਂ ਨੂੰ 15 ਤੋਂ 20 ਮੈਮਰੀ ਲੋਬਸ ਦੇਖਣ ਨੂੰ ਮਿਲਦੇ ਨੇ, ਠੀਕ ਆ। 15 ਤੋਂ 20, ਠੀਕ ਆ। ਤੇ ਮੈਮਰੀ ਲੋਬ, ਇੱਕ ਮੈਮਰੀ ਲੋਬ ਦੇ ਅੰਦਰ ਕੀ ਦੇਖਣ ਨੂੰ ਮਿਲਦੇ ਆ, ਵੀ ਹੈਵ ਐਲਵੀਓਲਾਈ ਇਨਸਾਈਡ, ਠੀਕ ਆ। ਮੈਮਰੀ ਲੋਬ ਦੇ ਅੰਦਰ ਕੀ ਦੇਖਣ ਨੂੰ ਮਿਲਦੇ ਨੇ, ਐਲਵੀਓਲਾਈ ਦੇਖਣ ਨੂੰ ਮਿਲਦੇ ਆ, ਠੀਕ ਹੈ। ਐਲਵੀਓਲਾਈ ਆ, ਥੋੜਾ ਵੱਡਾ ਕਰਕੇ ਬਣਾ ਦਿੰਦੇ ਆ, ਇਹ ਐਲਵੀਓਲਾਈ ਹੈ ਇੱਕ, ਠੀਕ ਆ। ਤੇ ਇੱਕ ਐਲਵੀਓਲਰ ਦੇ ਅੰਦਰ ਇਹ ਸੈਲਸ ਨੇ, ਠੀਕ ਆ। ਐਂਡ ਇਹਦੇ ਅੰਦਰ ਆ ਕੀ ਆ ਗਈ, ਐਲਵੀਓਲਰ ਕੈਵਿਟੀ, ਐਲਵੀਓਲਰ ਕੈਵਿਟੀ ਅੱਗੇ, ਠੀਕ ਆ। ਇਹ ਜਿਹੜੇ ਸੈਲਸ ਨੇ ਮਿਲਕ ਪ੍ਰੋਡਿਊਸ ਕਰਕੇ ਕੀ ਇਹਨੂੰ ਇਹਦੇ ਅੰਦਰ ਸਿਕਰੀਟ ਕਰ ਦਿੰਦੇ ਨੇ, ਤੇ ਜਿਹੜਾ ਮਿਲਕ ਆ ਉਹ ਐਲਵੀਓਲਰ ਕੈਵਿਟੀ ਦੇ ਅੰਦਰ ਸਟੋਰਡ ਹੁੰਦਾ ਵਾ, ਓਕੇ। ਫਿਰ ਐਲਵੀਓਲਾ, ਜਿਹੜੇ ਐਲਵੀਓਲਾਈ ਆ ਔਰ ਕੈਂਸਰ ਜਿਹੜੀ ਐਲਵੀਓਲਰ ਕੈਵਿਟੀ ਆ ਉਹ ਅੱਗੇ ਓਪਨ ਹੁੰਦੀ ਹੈਗੀ ਡਕਟਸ ਦੇ ਵਿੱਚ। ਡਕਟਸ ਦੇ ਵਿੱਚ ਕਿਹਦੇ ਥਰੂ ਓਪਨ ਹੋਗੀ, ਟਿਊਬਿਊਲਸ ਦੇ ਥਰੂ, ਠੀਕ ਹੈ। ਸੋ ਇਹ ਕੀ ਆ, ਐਲਵੀਓਲਾਈ ਸੀ, ਦਿਸ ਇਜ਼ ਦ ਐਲਵੀਓਲਾਈ, ਰਾਈਟ। ਤੇ ਆ ਕੀ ਆ, ਮੈਮਰੀ ਟਿਊਬੂਲ, ਟਿਊਬਿਊਲ, ਸੌਰੀ, ਮੈਮਰੀ ਟਿਊਬਿਊਲ, ਮੈਮਰੀ ਟਿਊਬਿਊਲ। ਤੇ ਜਿਹੜੇ ਮੈਮਰੀ ਟਿਊਬਿਊਲਸ ਨੇ ਉਹ ਕਿਹਦੇ ਅੰਦਰ ਓਪਨ ਹੋਣਗੇ, ਮੈਮਰੀ ਡਕਟ ਦੇ ਅੰਦਰ ਓਪਨ ਹੋਣਗੇ। ਮੈਮਰੀ ਡਕਟ, ਓਕੇ। ਐਂਡ ਅੱਗੇ ਆਪਾਂ ਗੱਲ ਕਰਦੇ ਹਾਂ, ਚਲੋ ਇਹਦੇ ਨਾਲ ਹੀ ਚੱਲਦੇ ਹਾਂ। ਜਿਹੜੀ ਮੈਮਰੀ ਡਕਟ ਆ ਉਹ ਅੱਗੇ ਜਾ ਕੇ ਓਪਨ ਹੁੰਦੀ ਹੈ ਇੱਕ ਵਾਈਡ ਰੀਜਨ ਦੇ ਵਿੱਚ, ਠੀਕ ਹੈ। ਬੇਸਿਕਲੀ ਵਾਈਡ ਰੀਜਨ ਜਿਹੜਾ ਹੁੰਦਾ ਉਹਨੂੰ ਐਂਪਿਊਲਾ ਕਿਹਾ ਜਾਂਦਾ। ਲਾਈਕ ਆਪਾਂ ਨੇ ਓਵੀਡਕਟ ਦੀ ਗੱਲ ਕਰੀ ਸੀ ਨਾ, ਫੈਲੋਪੀਅਨ ਟਿਊਬ ਦੀ, ਉਹਦੇ ਜਿਹੜਾ ਵਾਈਡਰ ਰੀਜਨ ਜਿਹਨੂੰ ਆਪਾਂ ਐਂਪਿਊਲਾ ਕਹਿੰਦੇ ਸੀ, ਹੈ ਨਾ। ਐਵੇਂ ਇਹਦੇ ਵਿੱਚ ਵੀ ਜਿਹੜਾ ਵਾਈਡਰ ਰੀਜਨ ਹੋਊਗਾ ਉਹਨੂੰ ਆਪਾਂ ਐਂਪਿਊਲਾ ਕਹਾਂਗੇ। ਸਿਮਿਲਰਲੀ ਵਾਸ ਡਿਫਰੈਂਸ ਦੇ ਵਿੱਚ ਵੀ ਨਾ ਵਾਈਡਰ ਰੀਜਨ ਹੁੰਦਾ। ਵਾਸ ਡਿਫਰੈਂਸ ਦਾ ਜਿਹੜਾ ਡਾਇਮੀਟਰ ਉਹ ਯੂਨੀਫਾਰਮ ਨਹੀਂ ਹੁੰਦਾ, ਥਿਕਨੈਸ ਜਿਹੜੀ ਯੂਨੀਫਾਰਮ ਨਹੀਂ ਹੁੰਦੀ, ਕਿਤੇ ਉਹ ਪਤਲਾ ਹੁੰਦਾ, ਕਿਤੇ ਉਹ ਮੋਟਾ ਹੁੰਦਾ ਗਾ। ਤੇ ਜਿਹੜਾ ਵਾਈਡੈਸਟ ਰੀਜਨ ਹੁੰਦਾ ਹੈ ਨਾ ਵਾਸ ਡਿਫਰੈਂਸ ਦਾ, ਉਹਨੂੰ ਆਪਾਂ ਐਂਪਿਊਲਾ ਕਹਿੰਦੇ ਹਾਂ, ਠੀਕ ਆ। ਫਿਰ ਇਹ ਐਂਪਿਊਲਾ ਦੇ ਵਿੱਚ ਓਪਨ ਹੁੰਦਾ ਹੈਗਾ, ਠੀਕ ਹੈ। ਦਿਸ ਇਜ਼ ਐਂਪਿਊਲਾ। ਬਿਫੋਰ ਸਿਕਰੀਸ਼ਨ ਕੁਝ ਸਮੇਂ ਦੇ ਲਈ ਜਿਹੜਾ ਮਿਲਕ ਆ ਉਹ ਐਂਪਿਊਲਾ ਦੇ ਅੰਦਰ ਸਟੋਰਡ ਰਹਿੰਦਾ ਹੈ। ਫਿਰ ਐਂਪਿਊਲਾ ਜਿਹੜਾ ਹੈ ਅੱਗੇ ਜਾ ਕੇ ਬਹੁਤ ਹੀ ਪਤਲੀ ਟਿਊਬ ਦੇ ਵਿੱਚ ਓਪਨ ਹੁੰਦਾ, ਬਹੁਤ ਹੀ ਪਤਲੀ, ਠੀਕ ਆ। ਇਹਨੂੰ ਆਪਾਂ ਕੀ ਕਹਿੰਦੇ ਆ, ਵੀ ਕਾਲ ਇਟ ਲੈਕਟੀਫੈਰਸ ਡਕਟ, ਲੈਕਟੀਫੈਰਸ ਡਕਟ, ਠੀਕ ਆ। ਹੁਣ ਉਹਦੇ ਪੂਰਾ ਨਹੀਂ ਹੋਣਾ, ਲੈਕਟੀਫੈਰਸ ਡਕਟ ਮੈਂ ਬੋਲਤਾ, ਠੀਕ ਆ। ਸੋ ਸਭ ਤੋਂ ਪਹਿਲਾਂ ਕੀ ਸੀ, ਇੱਕ ਬ੍ਰੈਸਟ ਸੀ, ਇੱਕ ਬ੍ਰੈਸਟ ਦੇ ਅੰਦਰ 15 ਤੋਂ 20 ਮੈਮਰੀ ਲੋਬਸ ਸੀਗੀਆਂ, ਠੀਕ ਹੈ। ਫਿਰ ਇੱਕ ਲੋਬ ਦੇ ਅੰਦਰ ਨਿਊਮੈਰਸ ਕੀ ਸੀਗੇ, ਐਲਵੀਓਲਾਈ ਸੀਗੇ। ਜਿਹੜੇ ਐਲਵੀਓਲਾਈ ਦੇ ਸੈਲਸ ਨੇ ਉਹ ਕੀ ਪ੍ਰੋਡਿਊਸ ਕਰਨਗੇ, ਮਿਲਕ ਪ੍ਰੋਡਿਊਸ ਕਰਨਗੇ, ਤੇ ਐਲਵੀਓਲਰ ਕੈਵਿਟੀ ਦੇ ਅੰਦਰ ਸਟੋਰ ਹੋਊਗਾ। ਫਿਰ ਜਦੋਂ ਸੀਕ੍ਰੀਟ ਹੋਊਗਾ ਤਾਂ ਪਹਿਲਾਂ ਜਿਹੜਾ ਮੈਮਰੀ ਟਿਊਬਿਊਲ ਦੇ ਥਰੂ ਜਾ ਕੇ ਮੈਮਰੀ ਡਕਟ ਦੇ ਵਿੱਚ ਜਾਊਗਾ, ਫਿਰ ਉਹ ਐਂਪਿਊਲਾ ਦੇ ਵਿੱਚ ਕੁਝ ਸਮੇਂ ਲਈ ਸਟੋਰ ਹੋਊਗਾ ਜਦੋਂ ਬੱਚਾ ਸਕ ਕਰ ਰਿਹਾ ਹੋਊਗਾ, ਰਾਈਟ। ਤੇ ਫਿਰ ਉਹ ਤੋਂ ਬਾਅਦ ਉਹ ਕੀ ਆ, ਐਂਪਿਊਲਾ ਜਿਹੜਾ ਅੱਗੇ ਓਪਨ ਹੋਊਗਾ ਲੈਕਟੀਫੈਰਸ ਡਕਟ ਦੇ ਵਿੱਚ, ਤੇ ਲੈਕਟੀਫੈਰਸ ਡਕਟ ਤੋਂ ਅੱਗੇ ਉਹ ਕੀ ਹੈ, ਬਾਹਰ ਜਿਹੜਾ ਹੈ ਮਿਲਕ ਸਿਕਰੀਟ ਹੋਊਗਾ, ਠੀਕ ਆ।
ਸੋ ਹੁਣ ਆਪਣਾ ਇੱਧਰ ਡਾਇਗਰਾਮ ਵੀ ਜਿਹੜਾ ਆ ਉਹ ਲੋਡ ਹੋ ਚੁੱਕਿਆ ਹੈ, ਪਰ ਹੁਣ ਜੇ ਮੈਂ ਇਹਨੂੰ ਛੋਟਾ ਕਰੂੰਗੀ ਇਹਨੂੰ ਦੁਬਾਰਾ ਤੋਂ ਲੋਡ ਹੋਣਾ ਪਊਗਾ। ਬਸ ਇੰਨਾ ਲੋਡ ਹੋਇਆ ਸੀ, ਮੈਨੂੰ ਪਤਾ ਹੀ ਸੀਗਾ ਇੱਦਾਂ ਹੋਊਗਾ। ਹੋ ਗ੍ਰੇਟ, ਹੋ ਗਿਆ, ਸੌਰੀ। ਸੋ ਆ ਕੀ ਨੇ, ਰਿਬਸ ਨੇ। ਰਿਬਸ ਦੇ ਵਿੱਚ ਜਿਹੜੇ ਮਸਲਸ ਨੇ ਆਹ ਉਹ ਨੇ, ਠੀਕ ਆ। ਤੇ ਆਹ ਰਿਬਸ ਦੇ ਉੱਪਰ ਆਪਣਾ ਕਿਹੜਾ ਮਸਲ ਪ੍ਰੈਜ਼ੈਂਟ ਆ, ਪੈਕਟੋਰਲਿਸ ਮੇਜਰ ਮਸਲ ਪ੍ਰੈਜ਼ੈਂਟ ਹੈ। ਉਹ ਤੋਂ ਬਾਅਦ ਇੱਥੋਂ ਆਪਣੇ ਜਿਹੜੇ ਆ ਔਰਗਨਸ ਜਿਹੜੇ ਆ ਉਹ ਨਿਕਲਦੇ ਆ, ਠੀਕ ਆ। ਬ੍ਰੈਸਟਸ ਔਰ ਯੂ ਕੈਨ ਸੇ ਦਾ ਮੈਮਰੀ ਗਲੈਂਡਸ, ਠੀਕ ਆ। ਇੱਕ ਬ੍ਰੈਸਟ ਨੂੰ ਆਪਾਂ ਇੱਕ ਮੈਮਰੀ ਗਲੈਂਡ ਕਹਿੰਦੇ ਆ, ਦੋ ਮੈਮਰੀ ਗਲੈਂਡਸ ਪ੍ਰੈਜ਼ੈਂਟ ਹੁੰਦੀਆਂ ਨੇ ਮੈਮਲਸ ਦੇ ਕੋਲ, ਸਾਰੇ ਮੈਮਲਸ ਦੇ ਕੋਲ ਨਹੀਂ, ਹਿਊਮਨਸ ਦੇ ਕੋਲ, ਠੀਕ ਹੈ। ਐਂਡ ਜਿਹੜਾ ਮੈਮਰੀ ਗਲੈਂਡ ਹੈ, ਠੀਕ ਹੈ, ਜਿਹੜੀ ਮੈਮਰੀ ਗਲੈਂਡ ਹੁੰਦੀ ਹੈ, ਪਹਿਲਾਂ ਆਪਾਂ ਆਹੀ ਗੱਲ ਕਰ ਲੈਂਦੇ ਹਾਂ। ਮੋਸਟ ਇੰਪੋਰਟੈਂਟ ਥਿੰਗ, ਜਿਹੜੀ ਮੈਮਰੀ ਗਲੈਂਡ ਹੁੰਦੀ ਹੈ ਨਾ, ਯਾਰ ਇਹ ਲਿਖਿਆ ਕਿਉਂ ਨਹੀਂ ਪਾ ਰਿਹਾ, ਮੈਨੂੰ ਹੱਥ ਨਾਲ ਹੀ ਲਿਖਣਾ ਪੈਣਾ। ਹਾਂ, ਜਿਹੜੀ ਮੈਮਰੀ ਗਲੈਂਡ ਹੁੰਦੀ ਆ ਉਹ ਦੋ ਚੀਜ਼ਾਂ ਦੀ ਬਣੀ ਹੁੰਦੀ ਆ। ਫਸਟ ਇਜ਼ ਦ ਫਸਟ ਇਜ਼ ਦ ਗਲੈਂਡਸ ਔਰ ਯੂ ਕੈਨ ਸੇ ਦ ਲੋਬਸ, ਜਿਹੜਾ ਮਤਲਬ ਬੇਸਿਕ ਸਟਰਕਚਰ ਆ ਜਿਹੜੀ ਕਿ ਮਿਲਕ ਨੂੰ ਸਿਕਰੀਟ ਕਰੂਗੀ, ਠੀਕ ਆ। ਗਲੈਂਡੂਲਰ ਟਿਸ਼ੂ ਤੁਸੀਂ ਕਹਿ ਸਕਦੇ ਹੋ, ਠੀਕ ਆ। ਇੱਕ ਤਾਂ ਗਲੈਂਡੂਲਰ ਟਿਸ਼ੂ ਦੀ ਬਣੀ ਹੁੰਦੀ ਆ। ਐਂਡ ਸੈਕਿੰਡ ਇਜ਼ ਦ ਫੈਟ। ਸੋ ਮਿਲਕ ਸਿਕਰੀਸ਼ਨ ਦੇ ਲਈ ਕੌਣ ਰਿਸਪੋਂਸੀਬਲ ਹੁੰਦਾ ਗਾ, ਗਲੈਂਡੂਲਰ ਟਿਸ਼ੂ ਇਜ਼ ਰਿਸਪੋਂਸੀਬਲ ਫॉर द मिल्क सिक्रीशन, ठीक है। ग्लैंडुलर टिशू ही ਉਹੀ ਆ ਜਿਹਦੇ ਵਿੱਚ ਲੋਬਸ ਐਂਡ ਆਲ ਸਭ ਕੁਝ ਪ੍ਰੈਜ਼ੈਂਟ ਆ। ਸੈਕਿੰਡ ਇਜ਼ ਦ ਫੈਟ। ਫੈਟ ਕਾਹਦੇ ਲਈ ਰਿਸਪੋਂਸੀਬਲ ਹੈ, ਫੈਟ ਡਿਟਰਮਾਈਨਸ ਦ ਸਾਈਜ਼ ਆਫ ਦ ਬ੍ਰੈਸਟ, ਠੀਕ ਆ। ਜਿੰਨਾ ਜ਼ਿਆਦਾ ਫੈਟ ਹੋਊਗਾ ਉਨਾ ਵੱਡਾ ਸਾਈਜ਼ ਹੋਊਗਾ, ਜਿੰਨਾ ਘੱਟ ਫੈਟ ਹੋਊਗਾ ਉਨਾ ਛੋਟਾ ਸਾਈਜ਼ ਹੋਊਗਾ। ਤਾਂ ਇੱਕ ਪਰਸੈਪਸ਼ਨ ਆ ਕਿ ਜਿੰਨੀ ਵੱਡੀ ਬ੍ਰੈਸਟ ਹੋਊਗੀ ਨਾ ਉਹਨਾਂ ਵੱਧ ਜਿਹੜਾ ਬੱਚੇ ਨੂੰ ਮਿਲਕ ਮਿਲੂਗਾ, ਉਹਨਾਂ ਵੱਧ ਜਿਹੜੀ ਮਾਂ ਆ ਉਹ ਮਿਲਕ ਸਿਕਰੀਟ ਕਰ ਪਊਗੀ। ਇਟ ਇਜ਼ ਰੋਂਗ, ਠੀਕ ਆ। ਮਿਲਕ ਸਿਕਰੀਸ਼ਨ ਕਾਹਦੇ ਉੱਪਰ ਡਿਪੈਂਡ ਕਰਦੀ ਹੈ, ਗਲੈਂਡੂਲਰ ਟਿਸ਼ੂ ਦੇ ਉੱਪਰ ਡਿਪੈਂਡ ਕਰਦੀ ਹੈ। ਅਤੇ ਉਹ ਸਾਈਜ਼ ਨਹੀਂ ਡਿਟਰਮਾਈਨ ਕਰਦਾ, ਉਹ ਸਾਰਿਆਂ ਦੇ ਵਿੱਚ ਲਗਭਗ ਸਿਮਿਲਰ ਹੀ ਹੁੰਦਾ ਗਾ। ਫੈਟ ਡਿਟਰਮਾਈਨ ਕਰ, ਜਿੰਨਾ ਜ਼ਿਆਦਾ ਫੈਟ ਹੁੰਦਾ ਹੈਗਾ ਉਨਾ ਵੱਡਾ ਸਾਈਜ਼ ਹੁੰਦਾ ਹੈਗਾ ਬ੍ਰੈਸਟ ਦਾ, ਠੀਕ ਹੈ। ਅਤੇ ਉਹ ਨਹੀਂ ਡਿਟਰਮਾਈਨ ਕਰਦਾ ਕਿ ਕਿੰਨਾ ਮਿਲਕ ਪ੍ਰੋਡਿਊਸ ਹੋਊਗਾ ਕਿੰਨਾ ਨਹੀਂ। ਇੱਦਾਂ ਹੋ ਸਕਦਾ ਕਿ ਵੱਡੇ ਸਾਈਜ਼ ਵਾਲੇ ਜਿਹੜੀ ਫੀਮੇਲ ਹੁੰਦੀ ਆ ਉਹ ਘੱਟ ਮਿਲਕ ਪ੍ਰੋਡਿਊਸ ਕਰਦੀ ਹੋਵੇ ਅਤੇ ਛੋਟੇ ਸਾਈਜ਼ ਦੀ ਬ੍ਰੈਸਟ ਵਾਲੀ ਫੀਮੇਲ ਵੱਧ ਮਿਲਕ ਪ੍ਰੋਡਿਊਸ ਕਰਦੀ ਹੋਵੇ। ਯੂ ਕਾਂਟ ਸੇ ਐਨੀਥਿੰਗ, ਰਾਈਟ। ਸੋ ਸਭ ਤੋਂ ਪਹਿਲਾਂ ਆਪਣੇ ਕੋਲ ਕੀ ਹੈ ਇੱਥੇ, ਮੈਮਰੀ ਲੋਬਸ ਨੇ। ਮੈਮਰੀ ਲੋਬਸ ਦੇ ਅੰਦਰ ਕੀ ਹੋਣਗੇ, ਮੈਮਰੀ ਐਲਵੀਓਲਸ, ਠੀਕ ਆ। ਅਤੇ ਆ ਮੈਮਰੀ ਲੋਬ ਆ, ਠੀਕ ਆ। ਮੈਮਰੀ ਲੋਬ ਦੇ ਅੰਦਰ ਮੈਮਰੀ ਐਲਵੀਓਲਾਈ ਪ੍ਰੈਜ਼ੈਂਟ ਹੁੰਦੇ ਆ। ਅਤੇ ਫਿਰ ਮੈਮਰੀ ਐਲਵੀਓਲਾਈ ਅੱਗੇ ਜਿਹੜੇ ਮੈਮਰੀ ਡਕਟ ਦੇ ਵਿੱਚ ਓਪਨ ਹੋਣਗੇ ਥਰੂ ਦ ਮੈਮਰੀ ਟਿਊਬਿਊਲ। ਮੈਮਰੀ ਟਿਊਬਿਊਲ ਇੱਥੇ ਨਹੀਂ ਬਣਾਈ ਹੋਈ, ਠੀਕ ਆ। ਅਤੇ ਅੱਗੇ ਜਿਹੜੇ ਮੈਮਰੀ ਡਕਟ ਆ ਉਹ ਕਿਹਦੇ ਵਿੱਚ ਓਪਨ ਹੁੰਦੇ ਆ, ਐਂਬਿਊਲਾ ਦੇ ਵਿੱਚ ਓਪਨ ਹੁੰਦੇ ਆ, ਠੀਕ ਹੈ। ਐਂਬਿਊਲਾ ਅੱਗੇ ਜਾ ਕੇ ਓਪਨ ਹੋਊਗਾ ਲੈਕਟੀਫੈਰਸ ਡਕਟ ਦੇ ਵਿੱਚ, ਅਤੇ ਉਹ ਕੀ ਹੈ ਨਿਪਲ ਦੇ ਥਰੂ ਜਿਹੜਾ ਮਿਲਕ ਆ ਉਹ ਇਜੈਕਟ ਹੋ ਜਾਊਗਾ, ਸਿਕਰੇਟ ਹੋ ਜਾਊਗਾ, ਜੋ ਵੀ ਤੁਸੀਂ ਕਹਿਣਾ ਚਾਹੋ, ਠੀਕ ਹੈ। ਐਂਡ ਐਰੀਓਲਾ ਕੀ ਆ, ਜਿਹੜੀ ਡਾਰਕ ਸਪੇਸ ਪ੍ਰੈਜ਼ੈਂਟ ਹੁੰਦੀਆਂ ਨੇ ਅਰਾਊਂਡ ਦ ਨੀਪਲ, ਠੀਕ ਹੈ। ਨਿਪਲ ਦੇ ਆਲੇ ਦੁਆਲੇ ਜਿਹੜੀ ਥੋੜੀ ਡਾਰਕ ਸਪੇਸ ਪ੍ਰੈਜ਼ੈਂਟ, ਇਟ ਇਜ਼ ਕਾਲਡ ਇਜ਼ ਦ ਐਰੀਓਲਾ, ਓਕੇ। ਸੋ ਹੁਣ ਆਪਾਂ ਕਰਦੇ ਹਾਂ NCERT ਰੀਡਿੰਗ। A functional mammary gland is characteristic of all female mammals, ਠੀਕ ਹੈ। ਸਾਰੇ ਫੀਮੇਲ ਮੈਮਲਸ ਦੇ ਕੋਲ ਕੀ ਆ, ਇੱਕ ਫੰਕਸ਼ਨਲ ਮੈਮਰੀ ਗਲੈਂਡ ਹੁੰਦੀ ਆ। ਇੱਕ ਐਕਸੈਪਸ਼ਨ ਹੁੰਦਾ, ਠੀਕ ਆ। ਉਹਦੇ ਵਿੱਚ ਕੀ ਹੁੰਦਾ, ਇੱਕ ਐਨੀਮਲ ਹੁੰਦਾ, ਇੱਕ ਮੈਮਲ ਹੁੰਦਾ, ਉਹਦੇ ਮੇਲ ਦੇ ਕੋਲ ਫੰਕਸ਼ਨਲ ਮੈਮਰੀ ਗਲੈਂਡ ਹੁੰਦੀ ਹੈ, ਫੀਮੇਲ ਦੇ ਕੋਲ ਨਹੀਂ ਹੁੰਦੀ। ਜਿਹੜੇ ਮੈਮਰੀ ਗਲੈਂਡਸ ਹੁੰਦੇ ਆ ਉਹ ਕੀ ਹੁੰਦੇ ਨੇ, ਪੇਅਰਡ ਸਟਰਕਚਰਸ ਹੁੰਦੇ ਨੇ, ਠੀਕ ਆ। ਬ੍ਰੈਸਟਸ ਵੀ ਆਪਾਂ ਇਹਨਾਂ ਨੂੰ ਕਹਿੰਦੇ ਹਾਂ, ਠੀਕ ਆ। ਅਤੇ ਇਹਨਾਂ ਦੇ ਕੋਲ ਕੀ ਹੁੰਦਾ, ਗਲੈਂਡੂਲਰ ਟਿਸ਼ੂ ਪ੍ਰੈਜ਼ੈਂਟ ਆ ਅਤੇ ਵੇਰੀਏਬਲ ਅਮਾਊਂਟ ਆਫ ਫੈਟ, ਠੀਕ ਹੈ। ਮੈਮਰੀ ਗਲੈਂਡ ਦੋ ਚੀਜ਼ਾਂ ਬਣੇ ਆ, ਗਲੈਂਡੂਲਰ ਟਿਸ਼ੂ ਐਂਡ ਵੇਰੀਏਬਲ ਅਮਾਊਂਟ ਆਫ ਫੈਟ, ਠੀਕ ਆ। ਹਿਊਮਨ ਮੈਮਲ ਦੇ ਕੋਲ ਕਿੰਨੇ ਮੈਮਰੀ ਗਲੈਂਡਸ ਪ੍ਰੈਜ਼ੈਂਟ ਨੇ, ਦੋ, ਠੀਕ ਹੈ। ਅਤੇ ਇੱਕ ਮੈਮਰੀ ਗਲੈਂਡ ਨੂੰ ਆਪਾਂ ਇੱਕ ਬ੍ਰੈਸਟ ਵੀ ਕਹਿ ਸਕਦੇ ਹਾਂ। ਜਿਹੜਾ ਗਲੈਂਡੂਲਰ ਟਿਸ਼ੂ ਹੁੰਦਾ ਗਾ ਈਚ ਬ੍ਰੈਸਟ ਦਾ, ਠੀਕ ਹੈ, ਈਚ ਬ੍ਰੈਸਟ ਦਾ ਜਿਹੜਾ ਗਲੈਂਡੂਲਰ ਟਿਸ਼ੂ ਆ 15 to 20 ਮੈਮਰੀ ਲੋਬਸ ਦੇ ਵਿੱਚ ਉਹ ਡਿਵਾਈਡਡ ਹੁੰਦਾ ਹੈਗਾ, ਠੀਕ ਆ। ਅਤੇ 15 to 20 ਮੈਮਰੀ ਲੋਬਸ ਦੇ ਵਿੱਚ ਫੀਮੇਲ ਦਾ ਗਲੈਂਡੂਲਰ ਟਿਸ਼ੂ ਡਿਵਾਈਡਡ ਹੁੰਦਾ। ਅਤੇ ਹਰ ਇੱਕ ਲੋਬ ਦੇ ਵਿੱਚ ਕੀ ਹੁੰਦੇ ਨੇ, ਕਲਸਟਰਸ ਆਫ ਸੈਲਸ ਹੁੰਦੇ ਨੇ, ਠੀਕ ਆ। ਕਾਫੀ ਸਾਰੇ ਸੈਲਸ ਕਲਸਟਰ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ ਅਤੇ ਉਹਨਾਂ ਸੈਲਸ ਨੂੰ ਆਪਾਂ ਕੀ ਕਹਿੰਦੇ ਹਾਂ, ਐਲਵੀਓਲਾਈ ਕਹਿੰਦੇ ਹਾਂ। ਅਤੇ ਸੈਲਸ ਆਫ ਦ ਐਲਵੀਓਲਾਈ ਸਿਕ੍ਰੀਟ ਮਿਲਕ, ਜਿਹੜੇ ਐਲਵੀਓਲਰ ਸੈਲਸ ਨੇ, ਐਲਵੀਓਲਾਈ ਦੇ ਸੈਲਸ ਹੁੰਦੇ ਆ, ਮਿਲਕ ਨੂੰ ਸਿਕ੍ਰੀਟ ਕਰਦੇ ਨੇ। ਅਤੇ ਜਿਹੜਾ ਮਿਲਕ ਆ ਉਹ ਕੀ ਆ, ਇੱਕ ਕੈਵਿਟੀ ਦੇ ਵਿੱਚ ਸਟੋਰਡ ਹੁੰਦਾ, ਠੀਕ ਆ।
ਐਲਵੀਓਲਾਈ ਦੇ ਹਿਊਮਨ ਦੇ ਵਿੱਚ ਸਟੋਰਡ ਹੁੰਦਾ ਗਾ, ਠੀਕ ਆ। ਦ ਐਲਵੀਓਲਾਈ ਓਪਨ ਇਨਟੂ ਮੈਮਰੀ ਟਿਊਬਿਊਲਸ, ਐਲਵੀਓਲਾਈ ਮੈਮਰੀ ਟਿਊਬਿਊਲ ਦੇ ਵਿੱਚ ਓਪਨ ਕਰਦਾ। ਫਿਰ ਉਹਦੇ ਬਾਅਦ ਜਿਹੜੇ ਟਿਊਬਿਊਲਸ ਨੇ, ਕਾਫੀ ਸਾਰੇ ਟਿਊਬਿਊਲਸ ਜੁਆਇਨ ਕਰਕੇ ਕੀ ਬਣਾ ਲੈਂਦੀਆਂ ਨੇ, ਮੈਮਰੀ ਡਕਟ ਬਣਾ ਲੈਂਦੀਆਂ ਨੇ, ਠੀਕ ਆ। ਫਿਰ ਕਾਫੀ ਮੈਮਰੀ ਡਕਟਸ ਜਿਹੜੇ ਆ ਉਹ ਕੀ ਆ, ਜੁਆਇਨ ਕਰਕੇ ਇੱਕ ਵਾਈਡਰ, ਇੱਕ ਚੌੜਾ ਮੈਮਰੀ ਐਂਪਿਊਲਾ ਬਣਾ ਲੈਂਦੀਆਂ ਨੇ। ਜਿਹੜਾ ਮੈਮਰੀ ਐਂਪਿਊਲਾ ਉਹ ਕਿਹਦੇ ਨਾਲ ਕਨੈਕਟਡ ਆ, ਲੈਕਟੀਫੈਰਸ ਡਕਟ ਦੇ ਨਾਲ ਕਨੈਕਟਡ ਆ, ਠੀਕ ਹੈ। ਤੇ ਉਹ ਨਿੱਪਲ ਦੇ ਜਾ ਕੇ ਕੀ ਹੋ ਜਾਂਦਾ ਗਾ, ਓਪਨ ਹੋ ਜਾਂਦਾ ਗਾ। ਤੇ ਜਿੱਥੋਂ ਕੀ ਆ ਜਿਹੜਾ ਮਿਲਕ ਆ ਬ੍ਰੈਸਟ ਫੀਡਿੰਗ ਵੇਲੇ ਐਕਸਪ੍ਰੈਸ ਹੁੰਦਾ, ਐਕਸਪੋਜ਼ ਹੁੰਦਾ, ਇਜੈਕਟ ਹੁੰਦਾ, ਸਿਕ੍ਰੀਟ ਹੁੰਦਾ, ਉਹ ਐਨੀਥਿੰਗ ਯੂ ਵਾਂਟ ਟੂ ਸੀ। ਸੋ ਇਨ ਪਾਥਵੇ ਕੀ ਹੋ ਗਿਆ, ਲੋਬ ਦੇ ਅੰਦਰ ਐਲਵੀਓਲੇ ਓਪਨ ਹੋਣਗੇ ਮੈਮਰੀ ਟਿਊਬਿਊਲਸ ਦੇ ਵਿੱਚ, ਮੈਮਰੀ ਟਿਊਬਿਊਲਸ ਜੁਆਇਨ ਕਰਕੇ ਫਾਰਮ ਕਰਨਗੇ ਮੈਮਰੀ ਡਕਟ ਜਿਹੜੇ ਕਾਫੀ ਸਾਰੇ ਜੁਆਇਨ ਕਰਕੇ ਇੱਕ ਵਾਈਡਰ ਫਾਰਮ ਕਰਨਗੇ ਜਿਹਨੂੰ ਕਿ ਐਂਪਿਊਲਾ ਕਹਾਂਗੇ। ਐਂਪਿਊਲਾ ਜਿਹੜਾ ਅੱਗੇ ਜਾ ਕੇ ਓਪਨ ਹੋਊਗਾ ਲੈਕਟੀਫੈਰਸ ਡਕਟ ਦੇ ਵਿੱਚ, ਤੇ ਸਭ ਤੋਂ ਬਾਹਰ ਪ੍ਰੈਜ਼ੈਂਟ ਹੋਗਾ ਨਿਪਲ। ਜਿਹੜਾ ਇਨੀਸ਼ੀਅਲ ਮਿਲਕ ਹੁੰਦਾ ਜਦੋਂ ਕਿ ਬੱਚਾ ਜਿਹੜਾ ਜੰਮਦਾ ਹੈ ਨਾ, ਤਾਂ ਉਦੋਂ ਜਿਹੜਾ ਹਫਤਾ 2-4 ਦਿਨ ਜਿਹੜਾ ਮਿਲਕ ਸੀਕ੍ਰੇਟ ਹੁੰਦਾ ਮਾਂ ਦੇ ਦੁਆਰਾ, ਉਹ ਕੀ ਹੈ, ਰਿਚ ਹੁੰਦਾ, ਰਿਚ ਇਨ ਐਂਟੀਬੋਡੀਜ਼। ਕਿਹੜੀ ਐਂਟੀਬੋਡੀ ਉਹਦੇ ਵਿੱਚ ਹੁੰਦੀ ਆ, IgA ਐਂਟੀਬੋਡੀਜ਼, ਤੇ ਉਹ ਥੋੜੇ ਪੀਲੇ ਰੰਗ ਦਾ ਹੁੰਦਾ ਗਾ। ਤੇ ਉਸ ਮਿਲਕ ਨੂੰ ਕਿਹਾ ਜਾਂਦਾ ਗਾ ਕੋਲੈਸਟਰੋਲ, ਠੀਕ ਆ। ਬੱਚਾ ਨਵਾਂ ਆਉਂਦਾ ਹੈ ਨਾ, ਇੱਕ ਨਵੇਂ ਸੰਸਾਰ ਦੇ ਵਿੱਚ ਆਉਂਦਾ, ਤਾਂ ਉਹਦੇ ਉੱਪਰ ਕਾਫੀ ਸਾਰੀ ਚੀਜ਼ਾਂ ਅਟੈਕ ਕਰ ਸਕਦੀਆਂ ਨੇ। ਉਹਨਾਂ ਦੇ ਅਟੈਕ ਤੋਂ ਬਚਾਉਣ ਦੇ ਲਈ ਉਹ ਕੀ ਹੈ, ਉਹਨੂੰ ਹੁਣ ਸਿੱਧਾ ਹੀ ਜੰਮਦਾ ਤਾਂ ਐਂਟੀਬੋਡੀਜ਼ ਨਹੀਂ ਬਣਾ ਸਕਦਾ, ਸਿੱਧਾ ਹੀ ਐਕਸਪੋਜ਼ ਹੋਇਆ, ਉਹਨੂੰ ਨਹੀਂ ਪਤਾ ਹਜੇ, ਤਾਂ ਉਹਨਾਂ ਨੂੰ ਕੀ ਆ, ਹੁਣ ਕੀ ਆ, ਪਹਿਲਾਂ ਐਂਟੀਬੋਡੀਜ਼ ਪ੍ਰੋਵਾਈਡ ਕਰਨੀਆਂ ਪੈਂਦੀਆਂ ਨੇ, ਠੀਕ ਆ। Next topic is the gametogenesis. The primary sex organs ਕਿਹੜੇ ਨੇ, ਮੇਲਸ ਦੇ ਵਿੱਚ ਟੈਸਟਿਸ ਆ ਐਂਡ ਫੀਮੇਲਸ ਦੇ ਵਿੱਚ ਓਵਰੀਜ਼ ਨੇ, ਠੀਕ ਹੈ। ਉਹ ਕੀ ਗੈਮੀਟਸ ਪ੍ਰੋਡਿਊਸ ਕਰਦੇ ਨੇ, ਮਤਲਬ ਸਪਰਮ ਇਨ ਮੇਲ ਐਂਡ ਓਵਮ ਇਨ ਫੀਮੇਲ, ਠੀਕ ਆ, ਬਾਈ ਦ ਪ੍ਰੋਸੈਸ ਕਾਲਡ ਗੈਮੇਟੋਜੈਨੇਸਿਸ। ਟੈਸਟਿਸ ਜਿਹੜਾ ਹੈਗਾ ਉਹਦੇ ਵਿੱਚ ਕੀ ਹੁੰਦੇ ਨੇ, ਇਮੈਚੁਰ ਮੇਲ ਜਰਮ ਸੈਲਸ ਹੁੰਦੇ ਨੇ ਜਿਹਨਾਂ ਕਿ ਸਪਰਮੈਟੋਕੋਨੀਆ ਕਹਿੰਦੇ ਆ, ਜਿਹੜੇ ਕਿ ਸਪਰਮਸ ਪ੍ਰੋਡਿਊਸ ਕਰਦੇ ਨੇ ਬਾਈ ਸਪਰਮੈਟੋਜੈਨੇਸਿਸ ਦੈਟ ਬਿਗਿਨਸ ਐਟ ਪਿਊਬਰਟੀ। ਯਾਦ ਰੱਖਣਾ, ਮੇਲ ਦੇ ਵਿੱਚ ਜਿਹੜੀ ਗੈਮੀਟ ਫਾਰਮੇਸ਼ਨ ਆ, ਔਰ ਯੂ ਕੈਨ ਸੇ ਜਿਹੜੀ ਸਪਰਮੈਟੋਜੈਨੇਸਿਸ ਆ, ਉਹ ਕੀ ਆ, ਪਿਊਬਰਟੀ ਦੇ ਉੱਪਰ ਬਿਗਿਨ ਕਰਦੀ ਆ, ਪਿਊਬਰਟੀ ਦੇ ਉੱਪਰ ਸ਼ੁਰੂ ਹੁੰਦੀ ਆ। ਬਟ ਫੀਮੇਲ ਦੇ ਵਿੱਚ ਜਿਹੜੀ ਗੈਮੀਟੋਜੈਨੇਸਿਸ ਆ ਔਰ ਓਜੈਨੇਸਿਸ ਆ, ਔਰ ਜਿਹੜੀ ਓਵਮ ਫਾਰਮੇਸ਼ਨ ਆ, ਉਹ ਕੀ ਆ, ਐਮਬ੍ਰਿਓਨਿਕ ਡਿਵੈਲਪਮੈਂਟ ਦੇ ਦੌਰਾਨ ਹੀ ਉਹ ਸ਼ੁਰੂ ਹੋ ਜਾਂਦੀ ਆ, ਠੀਕ ਹੈ। ਮੇਲ ਦੇ ਵਿੱਚ ਸ਼ੁਰੂ ਹੋ ਗਈ ਜਦੋਂ ਉਹ ਪਿਊਬਰਟੀ ਹਿੱਟ ਕਰੂਗਾ, ਫੀਮੇਲ ਦੇ ਵਿੱਚ ਜਦੋਂ ਮੰਮੀ ਦੇ ਪੇਟ ਦੇ ਵਿੱਚ ਹੀ ਬੱਚੇ ਹੁੰਦੇ ਆ ਨਾ, ਉਦੋਂ ਹੀ ਉਹਦੀ ਜਿਹੜੀ ਗੈਮੇਟ ਫਾਰਮੇਸ਼ਨ ਆ ਉਹ ਸਟਾਰਟ ਹੋ ਜਾਂਦੀ ਹੈ, ਬਿਗਨ ਹੋ ਜਾਂਦੀ ਆ, ਠੀਕ ਆ। ਤਾਂ ਮੈਨੂੰ ਥੋੜਾ ਜ਼ੁਕਾਮ ਹੋਇਆ, ਤੁਹਾਨੂੰ ਥੋੜੀ ਵਿੱਚ ਫੀਲ ਵੀ ਹੋ ਰਿਹਾ ਹੋਊਗਾ ਨਾ, ਦਿੱਕਤ ਹੋ ਰਹੀ ਮੈਨੂੰ ਥੋੜੀ ਸੌਰੀ ਫॉर ਦੈਟ ਯੂ ਕੈਨ ਸੇ, ਜੋ ਵੀ ਆ ਇੰਨੀ ਅੰਗਰੇਜ਼ੀ ਮੈਨੂੰ ਆਉਂਦੀ ਨਹੀਂ ਹੈਗੀ। ਸੋ ਇੱਕ ਵਾਰੀ ਆਪਾਂ ਦੇਖ ਲੈਂਦੇ ਹਾਂ ਸਪਰਮੈਟੋਜੈਨੇਸਿਸ ਨੂੰ, ਉਹਦੇ ਬਾਅਦ ਆਪਾਂ NCERT ਪੜਾਂਗੇ, ਠੀਕ ਆ। ਇੱਕ ਵਾਰੀ ਪਹਿਲਾਂ ਦੇਖਣ ਨਾਲ ਆਪਾਂ NCERT ਥੋੜੀ ਕਲੀਅਰ ਹੋ ਜਾਊਗੀ। ਸਭ ਤੋਂ ਪਹਿਲਾਂ ਟੈਸਟਿਸ ਦੇ ਵਿੱਚ ਕੀ ਪ੍ਰੈਜ਼ੈਂਟ ਹੁੰਦੇ ਨੇ, ਸੈਮਨੀਫੈਰਸ ਟੈਸਟਿਸ ਦੇ ਵਿੱਚ ਟੈਸਟੀਕੂਲਰ ਲੋਬਿਊਲ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ ਸੈਮਨੀਫੈਰਸ ਟਿਊਬਿਊਲਸ, ਠੀਕ ਹੈ। ਸੈਮਨੀਫੈਰਸ ਟਿਊਬਿਊਲਸ ਦੇ ਅੰਦਰ ਪ੍ਰੈਜ਼ੈਂਟ ਹੁੰਦੇ ਨੇ ਸਪਰਮੈਟੋਗੋਨੀਆ, ਔਰ ਯੂ ਕੈਨ ਸੇ ਦ ਇਮੈਚੁਰ ਜਰਮ ਸੈਲਸ, ਠੀਕ ਆ, ਇਮੈਚੁਰ ਮੇਲ ਜਰਮ ਸੈਲਸ, ਠੀਕ ਆ। ਕਾਫੀ ਸਾਰੇ ਸਪਰਮੈਟੋਗੋਨੀਆ ਪ੍ਰੈਜ਼ੈਂਟ ਹੋਣਗੇ, ਉਹਨਾਂ ਦੇ ਵਿੱਚੋਂ ਕੁਝ ਸਪਰਮੈਟੋਗੋਨੀਆ ਕੀ ਕਰਨਗੇ, ਕੁਝ ਸਪਰਮੈਟੋਗੋਨੀਆ ਆਪਦਾ ਸਾਈਜ਼ ਵਧਾ ਲੈਣਗੇ। ਆਪਦਾ ਸਾਈਜ਼ ਕਿੱਦਾਂ ਵਧਾਉਣਗੇ, ਆਪਦਾ ਸਾਈਟੋਪਲਾਜ਼ਮਿਕ ਕੰਟੈਂਟ ਵਧਾ ਕੇ, ਉਹਨਾਂ ਨੇ ਆਪਦਾ ਸਾਈਟੋਪਲਾਜ਼ਮਿਕ ਕੰਟੈਂਟ ਵਧਾ ਕੇ ਆਪਦਾ ਸਾਈਜ਼ ਵੱਡਾ ਕਰ ਲਿਆ, ਠੀਕ ਆ। ਤਾਂ ਉਹ ਇੱਦਾਂ ਬਣਾ ਲੈਣਗੇ ਪ੍ਰਾਇਮਰੀ ਸਪਰਮੈਟੋਸਾਈਟ, ਠੀਕ ਆ। ਮਤਲਬ ਆਪਾਂ ਕੀ ਕਹਿ ਸਕਦੇ ਹਾਂ, ਕੁਝ ਸਪਰਮੈਟੋਗੋਨੀਆ ਡਿਫਰੈਂਸ਼ੀਏਟ ਹੋਣਗੇ ਪ੍ਰਾਇਮਰੀ ਸਪਰਮੈਟੋਸਾਈਟ ਦੇ ਵਿੱਚ, ਠੀਕ ਹੈ। ਡਿਫਰੈਂਸ਼ੀਏਟ ਦਾ ਮਤਲਬ ਕੀ ਹੁੰਦਾ, ਇਹ ਕੋਈ ਸਪੈਸੀਫਿਕ ਫੰਕਸ਼ਨ ਕਰਨ ਦੇ ਲਈ ਆਪਦੇ ਆਪ ਨੂੰ ਡਿਵੈਲਪ ਕਰ ਲੈਣਾ, ਠੀਕ ਹੈ, ਉਹਨੂੰ ਆਪਾਂ ਡਿਫਰੈਂਸ਼ੀਏਸ਼ਨ ਜਾਂ ਡਿਫਰੈਂਸ਼ੀਏਟ ਹੋਣਾ ਕਹਿ ਦਿੰਦੇ ਹਾਂ, ਓਕੇ। ਫਿਰ ਉਹਨਾਂ ਨੇ ਇਹਦਾ ਸਾਈਜ਼ ਵਧਾਇਆ, ਆ ਆਪਣੇ ਕੋਲ ਆ ਗਿਆ ਪ੍ਰਾਇਮਰੀ ਸਪਰਮੈਟੋਸਾਈਟ, ਠੀਕ ਆ। ਸਪਰਮੈਟੋਗੋਨੀਆ ਕੀ ਸੀਗੇ, ਡਿਪਲੋਇਡ ਸੀਗੇ, ਤਾਂ ਪ੍ਰਾਇਮਰੀ ਸਪਰਮੈਟੋਸਾਈਟ ਇੱਥੇ ਕੋਈ ਡਿਵੀਜ਼ਨ ਤਾਂ ਹੋਈ ਨਹੀਂ, ਠੀਕ ਹੈ। ਮਿਓਸਿਸ ਛੱਡੋ, ਮਾਈਟੋਸਿਸ ਵੀ ਨਹੀਂ ਹੋਈ, ਠੀਕ ਆ, ਤਾਂ ਉੱਦਾਂ ਦਾ ਸੇਮ ਹੀ ਹੋਊਗਾ ਤਾਂ ਇਹ ਡਿਪਲੋਇਡ ਹੀ, ਠੀਕ ਆ। ਉਦੋਂ ਬਾਅਦ ਪ੍ਰਾਇਮਰੀ ਸਪਰਮੈਟੋਸਾਈਟ ਨੇ ਕੀਤੀ ਮਿਓਸਿਸ 1 ਕੀਤੀ, ਠੀਕ ਹੈ। ਮੇਰੇ ਸ਼ਬਦਾਂ ਨੂੰ ਵੀ ਥੋੜਾ ਉਹ ਸੁਣ ਲਿਆ ਕਰੋ, ਠੀਕ ਹੈ, ਧਿਆਨ ਨਾਲ ਸੁਣੋ, ਕਿਉਂਕਿ ਇੱਥੇ ਨਾ ਇੱਥੇ ਲਿਖਿਆ ਨਹੀਂ ਜਾਂਦਾ, ਕਿਉਂਕਿ ਆਈ ਡੋਂਟ ਹੈਵ ਦ ਪ੍ਰੋਪਰ ਰਾਈਟ ਇਕਵਿਪਮੈਂਟ ਟੂ ਰਾਈਟ ਔਨ ਇਟ, ਠੀਕ ਹੈ। ਤਾਂ ਗੰਦੀ ਰਾਈਟਿੰਗ ਕਰਨ 'ਚ ਇੰਨਾ ਸਮਾਂ ਬਰਬਾਦ ਕਰਨ ਤੋਂ ਵਧੀਆ ਤਾਂ ਕਿ ਇਕੱਲਾ ਬੋਲ ਦਿਓ, ਠੀਕ ਹੈ। ਅਤੇ ਬਸ ਥੋੜ੍ਹਾ ਮੋਟਾ
ਸਮਝੋ ਜੋ ਗੱਲ ਇੱਕ ਤੋਂ ਤਾਂ ਸੁਣਿਆ ਕਰੋ ਮੇਰੀ ਗੱਲਾਂ ਦੇ ਧਿਆਨ ਨਾਲ, ਠੀਕ ਆ। ਹੁਣ ਇਹਨੇ ਕੀਤੀ ਮਿਓਸਿਸ 1, M1 ਆਪਾਂ ਲਿਖ ਦਿੰਦੇ ਆ, ਠੀਕ ਆ। ਫਿਰ ਮਿਓਸਿਸ 1 ਤੋਂ ਬਾਅਦ ਆਪਾਂ ਨੂੰ ਪਤਾ ਕਿ ਦੋ ਸੈਲਸ ਬਣ ਗਏ, ਤੇ ਮਿਓਸਿਸ 1 ਜਿਹੜੀ ਹੁੰਦੀ ਆ ਉਹ ਰਿਡਕਸ਼ਨਲ ਡਿਵੀਜ਼ਨ ਹੁੰਦੀ ਆ, ਮਤਲਬ ਜਿਹੜਾ ਪਲਰੀ ਲੈਵਲ ਹੁੰਦਾ ਹੈਗਾ ਉਹ ਹਾਫ ਹੋ ਜਾਂਦਾ। ਹੁਣ ਇੱਥੇ ਕੀ ਸੀ, ਡਿਪਲੋਇਡ ਸੀ, ਤਾਂ ਡਿਪਲੋਇਡ ਤੋਂ ਇੱਥੇ ਕੀ ਹੋ ਜਾਊਗਾ, ਮੋਨੋਪਲੋਇਡ ਹੋ ਜਾਊਗਾ, ਰਾਈਟ। ਤਾਂ ਆ ਇੱਥੇ ਆਪਣੇ ਬਣ ਗਏ ਸੈਕੰਡਰੀ ਸਪਰਮੈਟੋਸਾਈਟ। ਪ੍ਰਾਇਮਰੀ ਸਪਰਮੈਟੋਸਾਈਟ ਸੀਗਾ ਇਹ, ਪ੍ਰਾਇਮਰੀ ਸਪਰਮੈਟੋਸਾਈਟ ਨੇ ਮਿਓਸਿਸ 1 ਕੀਤੀ, ਰਿਡਕਸ਼ਨਲ ਡਿਵੀਜ਼ਨ ਕੀਤੀ, ਤਾਂ ਆਪਣੇ ਕੋਲ ਇੱਥੇ ਸੈਕੰਡਰੀ ਸਪਰਮੈਟੋਸਾਈਟ ਆ ਗਏ, ਤੇ ਕੀ ਹੋਣਗੇ, ਹੈਪਲੋਇਡ ਹੋਣਗੇ। ਓਕੇ, ਹੁਣ ਤੱਕ ਤਾਂ ਸਾਰਾ ਸਮਝ ਆ ਗਿਆ, ਗ੍ਰੇਟ, ਠੀਕ ਆ। ਉਸ ਤੋਂ ਬਾਅਦ ਜਿਹੜੇ ਸੈਕੰਡਰੀ ਸਪਰਮੈਟੋਸਾਈਟ ਨੇ ਉਹ ਕਰਦੇ ਨੇ M2 ਮਿਓਸਿਸ 2, ਠੀਕ ਹੈ। ਇਹਨਾਂ ਨੇ ਕਰੀ ਮਿਓਸਿਸ 2। ਇਹ ਮੈਂ ਬਣਾਉਣਾ ਹੈ